ਹੈਲੋ ਪਿਆਰੇ ਬੱਚਿਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਮਾਤ ਪੰਜਵੀਂ ਦੇ ਸਮੂਹ ਵਿਦਿਆਰਥੀਆਂ ਦਾ ਬਹੁਤ ਬਹੁਤ ਸਵਾਗਤ ਹੈ। ਤੁਹਾਡੇ ਨਾਲ ਬੈਠੇ ਤੁਹਾਡੇ ਮਾਤਾ ਪਿਤਾ, ਛੋਟੇ ਵੱਡੇ ਭੈਣ ਭਰਾ, ਮੇਰੇ ਬਹੁਤ ਹੀ ਸਤਿਕਾਰਤ ਅਧਿਆਪਕ ਸਾਥੀ, ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਦੀ ਇਸ ਵੀਡੀਓ 'ਚ ਗਣਿਤ ਦੇ ਇਸ ਵਿਸ਼ੇ ਵਿੱਚ ਅੱਜ ਅਸੀਂ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਸਾਰੇ ਬੱਚੇ ਜਾਣਦੇ ਨੇ ਕਿ ਪਹਿਲੀ ਵੀਡੀਓ ਅਸੀਂ ਕੀਤੀ ਸੀ, ਉਹਦੇ ਵਿੱਚ ਅਸੀਂ ਵੱਧਦੇ ਕ੍ਰਮ ਅਤੇ ਘਟਦੇ ਕ੍ਰਮ ਦੀ ਗੱਲ ਕੀਤੀ ਸੀ। ਇਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਅਸੀਂ ਅਧਿਆਏ 1 ਸੰਖਿਆਵਾਂ ਜਿਹੜੀਆਂ ਨੇ ਉਹਨਾਂ 'ਤੇ ਕੰਮ ਕਰ ਰਹੇ ਹਾਂ। ਸੰਖਿਆਵਾਂ ਬਾਰੇ ਅਸੀਂ ਇਸ ਚੈਪਟਰ ਨੂੰ ਡਿਸਕਸ ਕਰਾਂਗੇ ਔਰ ਇਸ ਚੈਪਟਰ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਸਾਰੇ ਬੱਚੇ ਜਾਣਦੇ ਨੇ ਕਿ ਅਸੀਂ ਵੱਧਦੇ ਕ੍ਰਮ ਅਤੇ ਘਟਦੇ ਕ੍ਰਮ, ਸੰਖਿਆਵਾਂ ਬਰਾਬਰ, ਵੱਡੀ ਅਤੇ ਛੋਟੀ ਪਿਛਲੀ ਵੀਡੀਓ 'ਚ ਕਵਰ ਕਰ ਲਿਆ ਸੀ। ਆਸ ਕਰਦਾ ਹਾਂ ਕਿ ਸਾਰੇ ਬੱਚਿਆਂ ਨੇ ਚੰਗੀ ਤਰ੍ਹਾਂ ਇਸ ਨੂੰ ਸਮਝ ਲਿਆ ਹੋਵੇਗਾ ਕਿ ਬਰਾਬਰ ਦੀ ਰਕਮ ਕਿਹੜੀ ਹੁੰਦੀ ਹੈ, ਵੱਡੀ ਰਕਮ ਕਿਹੜੀ ਹੈ, ਛੋਟੀ ਸੰਖਿਆ ਕਿਹੜੀ ਹੈ। ਇਸੇ ਤਰ੍ਹਾਂ ਹੀ ਅਸੀਂ ਅੱਜ ਦੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਸਥਾਨਕ ਮੁੱਲ ਦੀ। ਤੇ ਬੇਟਾ ਹਮੇਸ਼ਾ ਯਾਦ ਰੱਖਣਾ, ਜਿਸ ਤਰ੍ਹਾਂ ਅਸੀਂ ਪਿਛਲੇ ਸਾਲ ਵੀ ਤੁਹਾਨੂੰ ਸਮਝਾਇਆ ਸੀ ਚੌਥੀ ਕਲਾਸ ਦੇ ਵਿੱਚ, ਕਿ ਸੰਖਿਆਵਾਂ ਨੂੰ ਪੜ੍ਹਨ ਵਾਸਤੇ ਉਹਨਾਂ ਨੂੰ ਵਰਗੀਕਰਨ ਕਰਨਾ ਉਹਨਾਂ ਦਾ ਬਹੁਤ ਜ਼ਰੂਰੀ ਹੈ। ਵਰਗੀਕਰਨ ਕੀ ਹੁੰਦਾ ਹੈ? ਵਰਗੀਕਰਨ ਅਸੀਂ ਇਕਾਈ ਦੇ ਸਥਾਨ ਤੋਂ ਸ਼ੁਰੂ ਕਰਕੇ ਖੱਬੇ ਪਾਸੇ ਨੂੰ ਸੰਖਿਆਵਾਂ ਨੂੰ ਲਿਖਦੇ ਹਾਂ ਅਤੇ ਉਹਨਾਂ ਦਾ ਗਣਨਾ ਕਰਦੇ ਹੋਏ ਉਹਨਾਂ ਦਾ ਵਰਗੀਕਰਨ ਕਰਦੇ ਹਾਂ। ਜਿਵੇਂ ਕਿ ਮੈਂ ਇੱਥੋਂ ਸ਼ੁਰੂ ਕਰ ਰਿਹਾ ਹਾਂ, ਇਸ ਨੂੰ ਅਸੀਂ ਇਕਾਈ ਦਾ ਸਥਾਨ ਕਹਿੰਦੇ ਹਾਂ। ਇਸ ਤੋਂ ਅੱਗੇ ਦਹਾਈ ਦਾ ਸਥਾਨ ਹੈ, ਸੈਂਕੜੇ ਦਾ, ਫਿਰ ਹਜ਼ਾਰ ਦਾ, ਠੀਕ ਹੈ ਜੀ, ਫਿਰ 10,000 ਦਾ ਜਾਂ 10,000 ਵੀ ਜਿਹਨੂੰ ਕਹਿੰਦੇ ਹਾਂ, ਫਿਰ ਲੱਖ ਦਾ, ਫਿਰ 10 ਲੱਖ ਦਾ, ਫਿਰ 1 ਕਰੋੜ ਦਾ, ਫਿਰ ਇਸ ਤਰ੍ਹਾਂ ਅੱਗੇ ਅੱਗੇ ਅਸੀਂ ਤੁਰੇ ਜਾਂਦੇ ਹਾਂ। ਸੋ ਮੇਨ ਗੱਲ ਜਿਹੜੀ ਹੈ ਸਮਝਣ ਵਾਲੀ ਇੱਥੇ, ਕਿ ਜਦੋਂ ਅਸੀਂ ਸਥਾਨਕ ਮੁੱਲ ਕਰਾਂਗੇ ਤਾਂ ਸਥਾਨਕ ਮੁੱਲ ਦੇ ਵਿੱਚ ਇਹਨਾਂ ਦੀ ਸਮਝ ਹੋਣਾ ਬਹੁਤ ਜ਼ਰੂਰੀ ਹੈ। ਇਹਨਾਂ ਦੀ ਸਮਝ ਤੋਂ ਬਗੈਰ ਅਸੀਂ, ਸਥਾਨਕ ਮੁੱਲ ਦੀ ਸਮਝ ਤੋਂ ਬਗੈਰ ਸੰਖਿਆਵਾਂ ਨੂੰ ਚੰਗੀ ਤਰ੍ਹਾਂ ਅਸੀਂ ਨਹੀਂ ਸਮਝ ਸਕਦੇ। ਸੋ ਆਓ ਹੁਣ ਅਸੀਂ ਸਥਾਨਕ ਮੁੱਲ ਵੱਲ ਜਿਹੜਾ ਹੈ ਚੱਲਦੇ ਹਾਂ। ਬੱਚਿਓ, ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦਾ ਹੋਇਆ ਆਓ ਅੱਜ ਦਾ ਟੌਪਿਕ ਜਿਹੜਾ ਉਹ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਲਕੀਰੇ ਗਏ ਸ਼ਬਦ ਜਿਹੜੇ ਨੇ ਉਹਨਾਂ ਦਾ ਅਸੀਂ ਸਥਾਨਕ ਮੁੱਲ ਦੱਸਣਾ ਹੈ। ਸਥਾਨਕ ਮੁੱਲ ਦਾ ਭਾਵ ਮੈਂ ਹੁਣੇ ਤੁਹਾਨੂੰ ਦੱਸ ਚੁੱਕਾ ਪਹਿਲਾਂ ਵੀ। ਸਥਾਨਕ ਮੁੱਲ ਦਾ ਭਾਵ ਬੇਟਾ ਇਹ ਹੁੰਦਾ ਹੈ ਕਿ ਜਿਸ ਜਗ੍ਹਾ 'ਤੇ ਜਿਹੜਾ ਅੰਕ ਬੈਠਾ ਹੈ ਉਹ ਕਿਹੜੇ ਸਥਾਨ 'ਤੇ ਬੈਠਾ ਹੈ। ਸਥਾਨ ਕੀ ਹੈ? ਜਿਹੜਾ ਮੈਂ ਹੁਣੇ ਤੁਹਾਨੂੰ ਉੱਪਰ ਦੱਸ ਕੇ ਆਇਆ, ਇਕਾਈ, ਦਹਾਈ, ਸੈਂਕੜਾ, ਹਜ਼ਾਰ, ਇਸ ਤਰ੍ਹਾਂ ਹੀ ਖੱਬੇ ਪਾਸੇ ਨੂੰ ਜਿੱਥੇ ਵੀ ਕੋਈ ਅੰਕ ਬੈਠਾ ਹੈ ਉਸ ਦਾ ਜਿਹੜਾ ਹੈ ਸਥਾਨ ਦਾ ਮੁੱਲ ਹੈ, ਸਥਾਨ ਦੀ ਕੀਮਤ ਹੈ। ਸਥਾਨ ਦੀ ਕੀਮਤ ਨੂੰ ਸਥਾਨਕ ਮੁੱਲ ਕਿਹਾ ਜਾਂਦਾ ਹੈ। ਸੋ ਆਓ ਸਭ ਤੋਂ ਪਹਿਲਾਂ ਅਸੀਂ 799 ਵਾਲੀ ਸੰਖਿਆ ਨੂੰ ਲੈਂਦੇ ਹਾਂ। 799 ਵਾਲੀ ਸੰਖਿਆ ਦੇ ਵਿੱਚ 8 ਜਿਹੜਾ ਹੈ ਉਸ ਦਾ ਸਥਾਨਕ ਮੁੱਲ ਜਿਹੜਾ ਹੈ ਉਹ ਪੁੱਛ ਲਿਆ ਗਿਆ ਹੈ। ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਸਥਾਨਕ ਮੁੱਲ ਕੀ ਹੈ। ਮੈਂ ਤੁਹਾਨੂੰ ਸਮਝਾਇਆ ਹੈ ਕਿ ਜਿਸ ਸਥਾਨ 'ਤੇ ਅੰਕ ਬੈਠਾ ਹੈ ਉਸ ਸਥਾਨ ਦਾ ਜੋ ਵੀ ਕੀਮਤ ਹੈ ਉਸ ਸਥਾਨ ਦੀ, ਉਸ ਨੂੰ ਆਪਾਂ ਲਿਖ ਦੇਣਾ ਹੈ। ਹੁਣ ਦੇਖੋ 8 ਜਿਹੜਾ ਹੈ, 8 ਦਾ ਜਿਹੜਾ ਅੰਕ ਹੈ, ਇਸ ਸੰਖਿਆ 799 ਦੇ ਵਿੱਚ 8 ਕਿਹੜੇ ਸਥਾਨ 'ਤੇ ਬਿਰਾਜਮਾਨ ਹੈ, ਕਿਹੜੇ ਸਥਾਨ 'ਤੇ ਬੈਠਾ ਹੈ। 8 ਜਿਹੜਾ ਹੈ ਆਪਾਂ ਪੜ੍ਹਾਂਗੇ ਇਕਾਈ ਦਹਾਈ ਦੇ ਰੂਪ ਦੇ ਵਿੱਚ ਤਾਂ ਸਾਨੂੰ ਪਤਾ ਲੱਗ ਜਾਏਗਾ ਕਿ 8 ਕਿਹੜੇ ਸਥਾਨ 'ਤੇ ਬੈਠਾ ਹੈ। ਸੋ 9 ਜਿਹੜਾ ਹੈ ਇਹ ਇਕਾਈ ਵਾਲੇ ਸਥਾਨ 'ਤੇ ਹੈ ਔਰ 8 ਜਿਹੜਾ ਹੈ ਦਹਾਈ ਵਾਲੇ ਸਥਾਨ 'ਤੇ ਹੈ। ਤੋ ਇਸ ਦਾ ਸਥਾਨਕ ਮੁੱਲ ਤਾਂ ਦਹਾਈ ਹੈ, ਪਰ ਦਹਾਈ ਹਮੇਸ਼ਾ ਜਿਹੜੀ ਹੈ 2 ਅੰਕਾਂ ਵਿੱਚ ਲਿਖੀ ਜਾਂਦੀ ਹੈ। ਸੋ ਬਾਕੀ ਅਸੀਂ ਇਕਾਈ ਨੂੰ ਇਗਨੋਰ ਕਰ ਦੇਣਾ ਹੈ, ਇਕਾਈ ਨੂੰ ਨਹੀਂ ਮੰਨਣਾ, ਲਿਖਣਾ ਜ਼ਰੂਰ ਹੈ। ਫਿਰ ਕੀ ਆਨਸਰ ਆ ਜਾਏਗਾ ਸਾਡਾ? ਇਕਾਈ ਔਰ ਅੰਕ ਦਾ ਸਥਾਨ 8 ਦਾ ਦਹਾਈ। ਸੋ ਸਾਡੇ ਕੋਲ ਸੰਖਿਆ ਕੀ ਬਣ ਗਈ? 80। ਸੋ 8 ਦਾ ਜਿਹੜਾ ਸਥਾਨਕ ਮੁੱਲ ਹੈ ਉਹ ਬੇਸ਼ੱਕ ਦਹਾਈ ਹੈ, ਲੇਕਿਨ ਮੁੱਲ ਜਦੋਂ ਅਸੀਂ ਕੱਢਿਆ, ਕੀਮਤ ਕੱਢੀ ਤਾਂ ਉਹ 80 ਬਣੀ। ਠੀਕ ਹੈ ਬੇਟਾ। ਹੁਣ ਇਸੇ ਤਰ੍ਹਾਂ ਹੀ ਅਸੀਂ 2782
इस विच असीं 7 ਦਾ ਸਥਾਨਕ ਮੁੱਲ ਕੱਢਣਾ ਹੈ। ਹੁਣ ਤੁਸੀਂ ਭਲੀ ਭਾਂਤ ਕੱਢ ਲਓਗੇ। ਜਿਵੇਂ 7 ਜਿਹੜਾ ਹੈ ਉਹ ਸੈਂਕੜੇ ਦੇ ਸਥਾਨ 'ਤੇ ਹੈ, ਇਕਾਈ, ਦਹਾਈ ਔਰ ਸੈਂਕੜਾ। 7 ਜਿਹੜਾ ਸੈਂਕੜੇ ਦੇ ਸਥਾਨ 'ਤੇ ਹੈ ਔਰ 7 ਦਾ ਅਸੀਂ 7 ਇਸੇ ਤਰ੍ਹਾਂ ਹੀ ਲਿਖਾਂਗੇ ਔਰ ਅੱਗੇ ਜਿੰਨੀ ਵੀ ਕੀਮਤ ਹੈ ਉਸ ਨੂੰ ਇਗਨੋਰ ਕਰਦੇ ਹੋਏ, ਭੁੱਲਦੇ ਹੋਏ ਅਸੀਂ ਜਿੰਨੇ ਅੰਕ ਅੱਗੇ ਨੇ ਉਨੇ ਅੰਕ ਅੱਗੇ ਅਸੀਂ ਜ਼ੀਰੋਆਂ ਦੇ ਰੂਪ 'ਚ ਲਿਖਾਂਗੇ, ਕਿਉਂਕਿ ਸਥਾਨਕ ਮੁੱਲ 7 ਦਾ ਹੀ ਪੁੱਛਿਆ ਗਿਆ ਹੈ, ਹੋਰ ਕਿਸੇ ਅੰਕ ਦਾ ਨਹੀਂ ਪੁੱਛਿਆ ਗਿਆ। ਇਸ ਕਰਕੇ ਸਥਾਨਕ ਮੁੱਲ ਜਿਹੜਾ 7 ਦਾ ਹੈ ਉਹ ਕਿੰਨਾ ਬਣ ਜਾਏਗਾ? 7 ਸੈਂਕੜੇ 700। ਇਸ ਤਰ੍ਹਾਂ ਹੀ ਬੇਟਾ ਹੁਣ ਜਿਹੜੇ ਅਗਲੇ ਸਵਾਲ ਨੇ, ਸਵਾਲ ਨੰਬਰ C, D, E, ਇਹ ਤਿੰਨੇ ਸਵਾਲ ਜਿਹੜੇ ਨੇ ਹੁਣ ਤੁਸੀਂ ਇਹ ਖੁਦ ਕਰਨੇ ਨੇ, ਬਹੁਤ ਆਸਾਨ ਨੇ, ਮੈਂ ਤੁਹਾਨੂੰ ਸਾਰਾ ਦੱਸ ਚੁੱਕਾ ਹਾਂ। ਹੁਣ ਅਸੀਂ ਅਗਲੀ ਗੱਲ ਕਰਦੇ ਹਾਂ। ਅਗਲਾ ਹੈ ਵਿਸਤ੍ਰਿਤ ਰੂਪ ਕੀ ਹੁੰਦਾ ਹੈ। ਹੁਣ ਵਿਸਤ੍ਰਿਤ ਰੂਪ ਨੂੰ ਸਮਝਣ ਦਾ ਯਤਨ ਕਰਨਾ। ਹੁਣ ਵਿਸਤ੍ਰਿਤ ਰੂਪ ਕੀ ਹੈ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸੰਖਿਆ ਜਿਹੜੀ ਉਹਨਾਂ ਨੇ ਦਿੱਤੀ ਹੈ ਉਸ 'ਤੇ ਗੱਲ ਕਰਾਂਗੇ। 492। ਹੁਣ 492 ਨੂੰ ਵਿਸਤ੍ਰਿਤ ਰੂਪ ਕਿਵੇਂ ਲਿਖਾਂਗੇ? ਕੋਈ ਔਖਾ ਨਹੀਂ ਹੈ। ਵਿਸਤ੍ਰਿਤ ਮੀਨ ਵਿਸਥਾਰ ਦੇ ਦੇਣਾ, ਸੰਖਿਆ ਨੂੰ ਵਿਸਥਾਰ ਦੇ ਦੇਣਾ। ਹੁਣ ਸੰਖਿਆ ਨੂੰ ਵਿਸਥਾਰ ਕਿਵੇਂ ਦੇਵਾਂਗੇ? ਇਹਦੇ ਵਿੱਚ ਕਿੰਨੀਆਂ ਸੰਖਿਆਵਾਂ ਸ਼ਾਮਲ ਨੇ ਉਹ ਆਪਾਂ ਸਿੰਪਲੀ ਆਪਾਂ ਦੱਸ ਦੇਣਾ। ਜਿਸ ਤਰ੍ਹਾਂ 492 ਦੇ ਵਿੱਚ ਅਗਰ ਮੈਂ ਇਸ ਨੂੰ ਇਕਾਈ ਮੰਨਾਂ, ਦਹਾਈ ਔਰ 4 ਵਾਲੀ ਜਗ੍ਹਾ 'ਤੇ ਇਸ ਨੂੰ ਸੈਂਕੜਾ ਜਿਹੜਾ ਹੈ ਉਹ ਮੰਨ ਲਵਾਂ, ਤਾਂ ਇਹਦੇ ਵਿੱਚ ਕਿੰਨੇ ਸੈਂਕੜੇ ਨੇ? 400 ਸੈਂਕੜੇ ਨੇ, 4 ਸੈਂਕੜੇ ਨੇ, 4 ਸੈਂਕੜੇ ਨੇ। ਠੀਕ ਹੈ, 4 ਸੈਂਕੜੇ ਦੇ ਵਿੱਚੋਂ 4 ਆਪਾਂ ਕੱਢ ਲਏ ਅਤੇ ਕ੍ਰੋਸ ਲਾਵਾਂਗੇ ਆਪਣੇ ਭੁੱਲ ਸੁਧਾਰ ਵਾਸਤੇ ਕਿ ਸਾਨੂੰ ਭੁਲੇਖਾ ਨਾ ਪਵੇ। 4 'ਤੇ ਕ੍ਰੋਸ ਲਾਤਾ, ਮਤਲਬ ਕਿ ਮੈਂ 4 ਦੀ ਸੰਖਿਆ ਦਾ ਮੁੱਲ ਲਿਖ ਚੁੱਕਾ ਹਾਂ। ਅੱਗੇ ਜਮ੍ਹਾਂ ਦਾ ਨਿਸ਼ਾਨ ਪਾਵਾਂਗੇ। ਅੱਗੇ ਸਾਡੇ ਕੋਲ 92 ਨੇ, ਲੇਕਿਨ 9 ਕਿਹੜੇ ਸਥਾਨ 'ਤੇ ਹੈ? ਆਪਾਂ ਸਥਾਨਕ ਮੁੱਲ ਉੱਪਰ ਕੱਢ ਕੇ ਆਏ ਹਾਂ। 9 ਜਿਹੜਾ ਹੈ ਦਹਾਈ ਵਾਲੇ ਸਥਾਨ 'ਤੇ ਹੈ, ਇਸ ਕਰਕੇ ਆਪਾਂ ਇਹਦਾ ਸਥਾਨਕ ਮੁੱਲ ਲਿਖ ਦੇਵਾਂਗੇ ਜਿਸ ਤਰ੍ਹਾਂ ਆਪਾਂ ਉੱਪਰ ਸਮਝਿਆ ਸੀ। ਔਰ ਲਾਸਟ 'ਤੇ ਸਾਡੇ ਕੋਲ 2 ਬਚਿਆ ਇਕਾਈ ਵਾਲੇ ਸਥਾਨ 'ਤੇ, ਆਪਾਂ ਇਸ ਤਰ੍ਹਾਂ ਇਸ ਨੂੰ ਲਿਖ ਦੇਵਾਂਗੇ। ਸੋ 400 ਜਮ੍ਹਾਂ 90 ਜਮ੍ਹਾਂ 2 ਬਣ ਗਏ 492 ਦੀ ਸੰਖਿਆ। ਠੀਕ ਹੈ ਬੇਟਾ, ਇਸ ਤਰ੍ਹਾਂ ਇਸ ਨੂੰ ਵਿਸਤ੍ਰਿਤ ਰੂਪ ਜਿਹੜਾ ਹੈ ਅਸੀਂ ਦੇ ਦੇਣਾ ਹੈ। ਹੁਣ ਅੱਗੇ ਸਵਾਲ ਔਖੇ ਨਹੀਂ ਹਨ, ਬਿਲਕੁਲ ਸੌਖੇ ਹੀ ਹਨ। ਬਿਲਕੁਲ ਇਸੇ ਤਰ੍ਹਾਂ ਹੀ ਤੁਸੀਂ 1280 ਜਾਂ 1280 ਦੀ ਸੰਖਿਆ ਨੂੰ ਵਿਸਤ੍ਰਿਤ ਰੂਪ ਦੇਣ ਲਈ ਕੀ ਕਰੋਗੇ? ਸਭ ਤੋਂ ਪਹਿਲਾਂ ਇਕਾਈ ਵਾਲਾ ਸਥਾਨ ਦੇਖੋਗੇ। ਇਕਾਈ ਵਾਲਾ ਸਥਾਨ ਦੇਖਣ ਤੋਂ ਬਾਅਦ ਦਹਾਈ ਵਾਲਾ ਸਥਾਨ ਦੇਖੋਗੇ। ਦਹਾਈ ਵਾਲੇ ਸਥਾਨ ਤੋਂ ਬਾਅਦ ਸੈਂਕੜੇ ਵਾਲਾ ਸਥਾਨ ਅਤੇ ਫਿਰ 1000 ਵਾਲਾ ਸਥਾਨ। ਹੁਣ ਸਭ ਤੋਂ ਪਹਿਲਾਂ 1000 ਵਾਲਾ ਸਥਾਨ ਦੇਖਾਂਗੇ, ਕਿਉਂਕਿ ਅਸੀਂ ਵਿਸਤ੍ਰਿਤ ਰੂਪ ਲਿਖ ਰਹੇ ਹਾਂ। ਵਿਸਤ੍ਰਿਤ ਰੂਪ ਦੇ ਵਿੱਚ ਹਮੇਸ਼ਾ ਸਭ ਤੋਂ ਵੱਡੀ ਸੰਖਿਆ ਦਾ ਸਥਾਨ ਜਿਹੜਾ ਹੈ, ਸਭ ਤੋਂ ਵੱਡਾ ਸਥਾਨ ਜਿਹੜਾ ਹੈ ਉਸ ਨੂੰ ਸਭ ਤੋਂ ਪਹਿਲਾਂ ਲਿਖੀਦਾ ਹੈ। ਸੋ 1000 ਜਿਹੜਾ ਹੈ ਉਹ ਸਭ ਤੋਂ ਪਹਿਲਾਂ ਆਏਗਾ, ਕਿਉਂਕਿ 1 ਜਿਹੜਾ ਹੈ 1000 ਦੇ ਸਥਾਨ 'ਤੇ ਹੈ। 2 ਜਿਹੜਾ ਹੈ ਉਹ ਸੈਂਕੜੇ ਦੇ ਸਥਾਨ 'ਤੇ ਹੈ, ਜਮ੍ਹਾਂ ਪਾਵਾਂਗੇ ਔਰ 2 ਜ਼ੀਰੋਆਂ ਦੇ ਨਾਲ ਲਿਖਾਂਗੇ। ਇਸ ਤਰ੍ਹਾਂ ਹੀ 8 ਜਿਹੜਾ ਦਹਾਈ ਦੇ ਸਥਾਨ 'ਤੇ ਹੈ ਅਸੀਂ ਲਿਖਾਂਗੇ ਅਤੇ ਜਮ੍ਹਾਂ 0 ਜਿਹੜੀ ਹੈ ਇਕਾਈ ਵਾਲੇ ਸਥਾਨ 'ਤੇ ਹੈ। ਇਸ ਤਰ੍ਹਾਂ ਇਸਦਾ ਅਸੀਂ ਵਿਸਤ੍ਰਿਤ ਰੂਪ ਲਿਖ ਲਵਾਂਗੇ। ਸੋ ਬਹੁਤ ਹੀ ਆਸਾਨ ਹੈ। 1280 ਇਸ ਤਰ੍ਹਾਂ ਅਸੀਂ ਵਿਸਤ੍ਰਿਤ ਰੂਪ ਦੇ ਵਿੱਚ ਜਿਹੜਾ ਉਹ ਲਿਖ ਲਵਾਂਗੇ। ਹੁਣ ਬੱਚਿਓ ਇਸੇ ਤਰ੍ਹਾਂ ਹੀ ਜਿਹੜੇ ਬਾਕੀ ਸਵਾਲ ਨੇ, ਸਵਾਲ ਨੰਬਰ C, D ਅਤੇ E, ਇਹ ਖੁਦ ਤੁਸੀਂ ਜਿਹੜਾ ਹੈ ਇਸ ਨੂੰ ਵਿਸਤ੍ਰਿਤ ਰੂਪ ਵਿੱਚ ਜਿਹੜਾ ਹੈ ਉਹ ਆਪੋ ਆਪਣੀਆਂ ਕਾਪੀਆਂ ਦੇ ਉੱਤੇ ਸੋਹਣਾ ਕਰਕੇ ਲਿਖੋਗੇ ਅਤੇ ਆਪਣੇ ਜਿਹੜੇ ਅਧਿਆਪਕ ਸਾਹਿਬਾਨ ਨੇ ਉਹਨਾਂ ਨੂੰ ਚੈੱਕ ਕਰਾਓਗੇ, ਦਿਖਾਓਗੇ। ਇਸੇ ਤਰ੍ਹਾਂ ਹੀ ਸਵਾਲ ਨੰਬਰ 8 'ਤੇ ਚੱਲਦੇ ਹਾਂ ਬੱਚੇ। ਸਵਾਲ ਨੰਬਰ 8 ਦੇ ਵਿੱਚ ਹੇਠ ਲਿਖੇ ਅੰਕਾਂ ਨੂੰ ਵਰਤਦੇ ਹੋਏ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਜਿਹੜੀ ਹੈ ਉਹ ਬਣਾਵਾਂਗੇ। ਯਾਦ ਰੱਖਣਾ, ਇਹਦੇ ਵਿੱਚ 0 ਜਿਹੜੀ ਹੈ ਉਹ ਆਪਾਂ ਪਹਿਲੇ ਸਥਾਨ 'ਤੇ ਨਹੀਂ ਲਿਖਾਂਗੇ, ਕਿਉਂਕਿ ਉਸ ਦੀ ਕੀਮਤ 0 ਹੋ ਜਾਂਦੀ ਹੈ। ਅਗਰ ਪਹਿਲੇ ਸਥਾਨ 'ਤੇ ਲਿਖਦੇ ਹਾਂ ਸੰਖਿਆ ਛੋਟੀ ਰਹਿ ਜਾਂਦੀ ਹੈ, ਸੰਖਿਆ ਦਾ ਮੁੱਲ ਨਹੀਂ ਬਣਦਾ। ਇਸ ਕਰਕੇ 0 ਨੂੰ ਅਸੀਂ ਕਦੇ ਵੀ ਛੋਟੇ ਸਥਾਨ 'ਤੇ ਦਰਸਾਉਣ ਲਈ ਪਹਿਲਾਂ 0 ਨਹੀਂ ਲਿਖਾਂਗੇ। ਸੋ ਸਭ ਤੋਂ ਪਹਿਲਾਂ ਹੈ ਸਾਡੇ ਕੋਲ ਜਿਹੜੀ ਸੰਖਿਆ ਹੈ
ਉਹ ਹੈ 209। ਹੁਣ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੇ ਪੁੱਛਿਆ ਵੱਡੀ ਇਤੀ ਸਭ ਤੋਂ ਵੱਡੀ ਸੰਖਿਆ ਕਿਹੜੀ ਬਣੇਗੀ। ਇਹਦਾ ਇੱਕ ਫਾਰਮੂਲਾ ਹੁੰਦਾ ਬੇਟਾ, ਸਭ ਤੋਂ ਵੱਡਾ ਅੰਕ ਜਿਹੜਾ ਹੈ ਉਹ ਪਹਿਲਾਂ, ਫਿਰ ਉਸ ਤੋਂ ਛੋਟਾ, ਫਿਰ ਉਸ ਤੋਂ ਛੋਟਾ, ਇਹ ਸਭ ਤੋਂ ਵੱਡੀ ਸੰਖਿਆ ਬਣ ਜਾਂਦੀ ਹੈ। ਇਸੇ ਤਰ੍ਹਾਂ ਹੀ ਛੋਟੀ ਸੰਖਿਆ ਬਣਾਉਣ ਲਈ ਮੈਂ ਤੁਹਾਨੂੰ ਦੱਸਿਆ ਕਿ 0 ਪਹਿਲਾਂ ਨਹੀਂ ਲਿਖਣੀ, ਹਾਂ ਵਿੱਚ ਲਿਖ ਸਕਦੇ ਹੋ 0 ਨੂੰ। ਇਸ ਕਰਕੇ ਸਭ ਤੋਂ ਛੋਟਾ ਪਹਿਲਾਂ ਕੀ ਲਿਖਾਂਗੇ, 0 ਛੱਡ ਕੇ 2 ਲਿਖਾਂਗੇ, ਫਿਰ ਵਿੱਚ 0 ਆ ਜਾਏਗੀ, ਫਿਰ 9 ਅੱਗੇ ਜਿਹੜਾ ਆ ਜਾਏਗਾ। ਠੀਕ ਹੈ, ਇਸ ਤਰ੍ਹਾਂ ਅਸੀਂ ਜਿਹੜੀ ਛੋਟੀ ਸੰਖਿਆ ਹੈ ਉਹ 209 ਬਣ ਜਾਏਗੀ। ਵੱਡੀ ਸੰਖਿਆ ਜਿਹੜੀ ਹੈ ਉਹ 920 ਵੱਡੀ ਸੰਖਿਆ ਬਣੇਗੀ ਅਤੇ ਛੋਟੀ ਸੰਖਿਆ ਜਿਹੜੀ ਹੈ ਉਹ 209 ਹੀ ਰਹੇਗੀ, ਕਿਉਂਕਿ 0 ਅਗਰ ਪਹਿਲਾਂ ਲਿਖ ਦਿੰਦੇ ਹਾਂ 29 ਬਣ ਜਾਏਗਾ। 29 ਸੰਖਿਆ ਛੋਟੀ ਨਹੀਂ ਬਣੇਗੀ ਕਿਉਂਕਿ 0 ਨੂੰ ਅਸੀਂ ਵਰਤਣਾ ਹੈ ਸੁਚੋਕ ਢੰਗ ਦੇ ਨਾਲ ਤਾਂ ਕਿ ਸੰਖਿਆ ਨੂੰ ਨਿਰਮਿਤ ਰੂਪ ਦੇ ਵਿੱਚ ਲਿਖਿਆ ਜਾ ਸਕੇ। ਸੋ ਇਸੇ ਤਰ੍ਹਾਂ ਹੀ ਬਾਕੀ ਸੰਖਿਆਵਾਂ ਨੂੰ ਤੁਸੀਂ B, C, D ਅਤੇ E ਇਹਨਾਂ ਨੂੰ ਤੁਸੀਂ ਜਿਹੜਾ ਹੈ ਉਹ ਵੱਡੀ ਸੰਖਿਆ ਅਤੇ ਛੋਟੀ ਸੰਖਿਆ ਦੇ ਰੂਪ ਦਰਸਾ ਕੇ ਇਸੇ ਤਰ੍ਹਾਂ ਹੀ ਆਪੇ ਆਪਣੀ ਕਾਪੀਆਂ 'ਤੇ ਸੋਹਣਾ ਸੋਹਣਾ ਕਰਕੇ ਲਿਖੋਗੇ। ਸੋ ਆਓ ਹੁਣ ਪ੍ਰਸ਼ਨ ਨੰਬਰ 9 'ਤੇ ਚੱਲਦੇ ਹਾਂ। ਪ੍ਰਸ਼ਨ ਨੰਬਰ 9 ਦੇ ਵਿੱਚ ਸਮਝੋ ਅਤੇ ਲਿਖੋ ਹੈ, ਬੜਾ ਆਸਾਨ ਹੈ। ਜਿਵੇਂ ਸਭ ਤੋਂ ਪਹਿਲਾਂ 110, ਫਿਰ ਹੈ 210, 110, 110, 210, 310, 410, ਮਤਲਬ ਕਿ ਪੂਰੇ 1 ਸੈਂਕੜੇ ਦਾ ਜੋੜ ਸ਼ਾਮਲ ਹੈ। ਇੱਕ ਸੈਂਕੜਾ ਵਧਾਇਆ ਗਿਆ ਹੈ ਹਰ ਸੰਖਿਆ ਦੇ ਅਗਲੇ ਬੰਨੇ। ਦੂਜੀ ਸੰਖਿਆ 1 ਸੈਂਕੜਾ ਵਧਾ ਕੇ ਦੱਸੀ ਗਈ ਹੈ, ਇਸ ਕਰਕੇ ਇਸ ਤੋਂ ਅੱਗੇ ਆਏਗਾ 510, 610, ਇਸੇ ਤਰ੍ਹਾਂ ਹੀ 710 ਅਤੇ 810। ਇਸ ਤਰ੍ਹਾਂ ਇਸੇ ਲੜੀਏ ਪੂਰੀ ਕਰ ਲਵਾਂਗੇ। ਇਸੇ ਤਰ੍ਹਾਂ ਹੀ 1000 ਵਾਲੀਆਂ ਸੰਖਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਪੜਾਂਗੇ 2018, 2019, 2020, 2021, 2022, ਫਿਰ ਆਏਗਾ 2023, 2024 ਅਤੇ 2025। ਇਸ ਤਰ੍ਹਾਂ ਬੇਟਾ ਅਸੀਂ ਸਮਝ ਕੇ ਇਹਨੂੰ ਲਿਖਾਂਗੇ, ਕੋਈ ਔਖਾ ਨਹੀਂ ਹੈ। ਇਸੇ ਤਰ੍ਹਾਂ ਹੀ ਬਾਕੀ ਸੰਖਿਆਵਾਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਨੇ, ਸੰਖਿਆਵਾਂ C, D ਅਤੇ E। ਇਹ ਤੁਸੀਂ ਖੁਦ ਹੁਣ ਸਮਝ ਕੇ ਲਿਖੋਗੇ ਕਿ ਕਿਵੇਂ ਇਹਨਾਂ 'ਚ ਫ਼ਰਕ ਹੈ। ਉਹ ਫ਼ਰਕ ਸਮਝ ਕੇ ਤੁਸੀਂ ਲਿਖੋਗੇ। ਫ਼ਰਕ ਘਟਾ ਕੇ ਵੀ ਦਿੱਤਾ ਹੋ ਸਕਦਾ ਹੈ, ਵਧਾ ਕੇ ਵੀ ਦਿੱਤਾ ਹੋ ਸਕਦਾ ਹੈ, 10 ਵੀ ਵਧਾਏ ਹੋ ਸਕਦੇ ਨੇ, 10 ਘਟਾਏ ਹੋ ਸਕਦੇ ਨੇ, ਸੈਂਕੜਾ ਘਟਾਇਆ ਹੋ ਸਕਦਾ ਹੈ, ਸੈਂਕੜਾ ਵਧਾਇਆ ਹੋ ਸਕਦਾ ਹੈ। ਤੁਸੀਂ ਆਪਣੀ ਸਮਝ ਦੇ ਨਾਲ ਇਸ ਨੂੰ ਸਮਝ ਕੇ ਲਿਖਣਾ ਹੈ ਅਤੇ ਆਪਣੇ ਅਧਿਆਪਕਾਂ ਜੀ ਨੂੰ ਚੈੱਕ ਕਰਾਉਣਾ ਹੈ। ਠੀਕ ਹੈ ਜੀ। ਸੋ ਇੱਥੋਂ ਤੱਕ ਹੀ ਬੱਚੇ ਸਵਾਲ ਨੰਬਰ 10 ਅਤੇ 11 ਜਿਹੜਾ ਹੈ ਅਗਲੀ ਵੀਡੀਓ 'ਚ ਕਵਰ ਕਰਾਂਗੇ, ਜਦੋਂ ਫਿਰ ਮੈਥ ਗਣਿਤ ਦੀ ਵੀਡੀਓ ਕਰਾਂਗੇ। ਮੈਨੂੰ ਆਸ ਹੈ ਕਿ ਸਾਰੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਏਗੀ। ਕੋਈ ਵੀ ਇਹੋ ਜਿਹਾ ਸਵਾਲ ਨਹੀਂ ਹੋਏਗਾ ਜਿਹੜੇ ਮੇਰੇ ਪਿਆਰੇ ਬੱਚਿਆਂ ਨੂੰ ਸਮਝ ਨਹੀਂ ਆਇਆ ਹੋਏਗਾ। ਫਿਰ ਵੀ ਅਗਰ ਕੋਈ ਮੁਸ਼ਕਲ ਆਉਂਦੀ ਹੈ, ਸਮਝ ਨਹੀਂ ਆਈ ਜਾਂ ਘੱਟ ਸਮਝ ਆਈ ਹੈ, ਪਤਾ ਨਹੀਂ ਲੱਗਿਆ, ਦੁਬਾਰਾ ਵੀਡੀਓ ਦੇਖ ਸਕਦੇ ਹੋ। ਫਿਰ ਵੀ ਸਮਝ ਨਹੀਂ ਆਈ ਤਾਂ ਮੈਨੂੰ ਪੁੱਛ ਸਕਦੇ ਹੋ, ਆਪਣੇ ਗਰੁੱਪ ਦੇ ਵਿੱਚ ਮੈਸੇਜ ਕਰ ਸਕਦੇ ਹੋ ਕਿ ਕੋਈ ਵੀ ਜਿਹੜਾ ਸਮਝ ਨਹੀਂ ਆਇਆ ਜਾਂ ਨਹੀਂ ਕਰ ਸਕੇ, ਆਪਾਂ ਉਸ 'ਚ ਵੀ ਕਵਰ ਕਰਾਂਗੇ। ਸੋ ਆਪਣਾ ਬਹੁਤ ਖਿਆਲ ਰੱਖਿਓ, ਘਰਾਂ 'ਚ ਰਹੋ, ਸੇਫ ਅਤੇ ਸੁਰੱਖਿਅਤ ਰਹੋ, ਮਾਸਕ ਦੀ ਵਰਤੋਂ ਕਰੋ, ਹੱਥਾਂ ਨੂੰ ਲਗਾਤਾਰ ਸੈਨੀਟਾਈਜ਼ ਬੱਚੇ ਕਰਦੇ ਰਹੋ, ਮਾਤਾ ਪਿਤਾ ਦਾ ਕਹਿਣਾ ਮੰਨੋ ਔਰ ਇਸੇ ਤਰ੍ਹਾਂ ਹੀ ਪੜ੍ਹਾਈ ਨੂੰ ਜਿਹੜਾ ਹੈ ਜਾਰੀ ਰੱਖੋ। ਇਸੇ ਆਸ ਦੇ ਨਾਲ ਹੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।